खबरां लगियां ने कि जी सुखबीर सिंह बादल सेंटर 'च वजीर हो सकते, जी बीबी हरसिमरत कौर बादल हो सकते। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀਆਂ ਨਜ਼ਦੀਕੀਆਂ ਵਧਣ ਨੂੰ ਛਪ ਰਹੀਆਂ ਖਬਰਾਂ ਪਰਦੇ ਦੇ ਅੰਦਰ ਕੀ ਹੈ ਔਰ ਪਰਦੇ ਦੇ ਬਾਹਰ ਕੀ ਹੈ। ਤੇ ਸਭ ਤੋਂ ਵੱਡੀ ਜਿਹੜੀ ਮਜਬੂਰੀ ਬਣੀ ਉਹ ਬੀਜੇਪੀ ਦੀ ਬਣੀ ਹੈ। ਇੱਕ ਜਣੇ ਵੀ ਨੇ ਦੋਵਾਂ ਪਾਸੋਂ ਇੱਕ ਵਾਰੀ ਵੀ ਇਹ ਬਿਆਨ ਨਹੀਂ ਆਇਆ ਕਿ ਅਸੀਂ ਕਦੇ ਮਿਲਣਾ ਨਹੀਂ, ਅਸੀਂ ਕਦੇ ਜੁੜਨਾ ਨਹੀਂ। ਜਦੋਂ ਅਸੀਂ ਵੀ ਸਵਾਲ ਕੀਤਾ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਨੂੰ, ਉਹ ਹੱਸ ਕੇ ਟਾਲ ਗਏ। ਅਸੀਂ ਕਿਹਾ ਵੀ ਭਾਜਪਾ ਤੇ ਅਕਾਲੀ ਦਲ ਦੀ ਯਾਰੀ ਦੀ ਗੱਲ ਚੱਲ ਰਹੀ ਹੈ, ਕਦੋਂ ਪੈ ਸਕਦੀ ਹੈ? ਉਹ ਕਹਿੰਦੇ ਤੁਹਾਡੇ ਨਾਲ ਯਾਰੀ ਪੈਣ ਜਾ ਰਹੀ ਹੈ। ਚਲੋ ਜਦੋਂ ਸਾਡੀ ਯਾਰੀ ਹੋਊ ਉਦੋਂ ਦੱਸਾਂਗੇ। ਜਿਹੜੇ ਹੱਸ ਕੇ ਮੁਸਕਰਾ ਕੇ ਚਲੇ ਜਾਂਦੇ ਹੈਗੇ ਨੇ, ਉਹਨਾਂ ਨੂੰ ਪਤਾ ਕਿ ਬੀਜੇਪੀ ਦੇ ਨਾਲ ਸਾਡੀਆਂ ਸਾਂਝਾਂ ਕਿਹੋ ਜਿਹੀਆਂ ਜਾ ਰਹੀਆਂ। ਬੀਜੇਪੀ ਨੇ ਅਕਾਲੀ ਦਲ ਦੇ ਵਿੱਚ ਬਹੁਤ ਘੁਸਪੈਠ ਰੱਖੀ ਹੈਗੀ ਆ। ਹਰ ਇੱਕ ਦੇ ਦਿੱਲੀ ਕੋਈ ਨਾ ਕੋਈ ਇਹਨਾਂ ਨੇ ਉੱਥੇ ਅਕਾਲੀ ਦਲ ਦੇ ਲੀਡਰਾਂ ਨੇ ਮਾਈ ਬਾਪ ਬਣਾ ਕੇ ਰੱਖੇ ਹੈਗੇ ਸੀ। ਕਿਸੇ ਦਾ ਰਾਜਨਾਥ ਸਿੰਘ ਸੀ, ਕਿਸੇ ਦੇ ਅਡਵਾਨੀ ਸਾਹਿਬ ਸੀ, ਕਿਸੇ ਦੇ ਅਰੁਣ ਜੇਤਲੀ ਸੀ, ਕਿਸੇ ਦੇ ਸੁਸ਼ਮਾ ਸਵਰਾਜ ਜੀ ਸੀ, ਕਿਸੇ ਦੇ ਹੁਣ ਮੋਦੀ ਸਾਹਿਬ ਨੇ, ਕਿਸੇ ਦੇ ਅਮਿਤ ਸ਼ਾਹ ਹੋਣਗੇ। ਅਕਾਲੀ ਦਲ ਨੂੰ ਵੀ ਪਤਾ ਕਿ ਗੱਠਜੋੜ ਕਰਨਾ ਪੈਣਾ, ਬੀਜੇਪੀ ਨੂੰ ਪਤਾ ਗੱਠਜੋੜ ਕਰਨਾ ਪੈਣਾ। ਭਗਵੰਤ ਮਾਨ ਸਾਹਿਬ ਵੀ ਕਹਿ ਗਏ ਨੇ, ਨਾ ਉਹਨਾਂ ਨੇ ਬੀਜੇਪੀ ਦਾ ਨਾਮ ਲਿਆ, ਨਾ ਸ਼੍ਰੋਮਣੀ ਅਕਾਲੀ ਦਲ। ਪੁਰਾਣੀਆਂ ਯਾਰੀਆਂ ਫਿਰ ਬਹਾਲ ਹੋਣ ਦੀਆਂ ਗੱਲਾਂ ਹੋ ਰਹੀਆਂ ਨੇ। ਅਜਿਹੀ ਸਥਿਤੀ ਦੇ ਵਿੱਚ ਬੀਜੇਪੀ ਨੂੰ ਅਕਾਲੀ ਦਲ ਦਾ ਸਹਾਰਾ, ਅਕਾਲੀ ਦਲ ਨੂੰ ਬੀਜੇਪੀ ਦਾ ਸਹਾਰਾ ਲੈਣਾ ਪੈਣਾ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਪੰਜਾਬ ਦੇ ਭਖਦੇ ਤੇ ਚਲੰਤ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀਆਂ ਨਜ਼ਦੀਕੀਆਂ ਵਧਣ ਨੂੰ ਛਪ ਰਹੀਆਂ ਖਬਰਾਂ, ਚੱਲ ਰਹੀਆਂ ਸੁਰਖੀਆਂ ਦੇ ਬਾਰੇ। ਕੋਰ ਕਮੇਟੀ ਦੀ ਮੀਟਿੰਗ ਹੋਈ, ਅੰਦਰ ਕੀ ਚੱਲਿਆ ਤੇ ਬਾਹਰ ਕੀ ਚਰਚਾਵਾਂ ਰਹੀਆਂ। ਅੰਦਰ ਕੀ ਹੈ, ਪਰਦੇ ਦੇ ਅੰਦਰ ਕੀ ਹੈ ਔਰ ਪਰਦੇ ਦੇ ਬਾਹਰ ਕੀ ਹੈ, ਇਸ ਤੇ ਵੀ ਗੱਲ ਹੋਵੇਗੀ। ਨਾਲ ਗੱਲ ਕਰਾਂਗੇ ਸੁਨੀਲ ਜਾਖੜ ਬਤੌਰ ਭਾਜਪਾ ਦੇ ਪ੍ਰਧਾਨ ਜਦੋਂ ਨਤਮਸਤਕ ਹੋਣ ਦੇ ਲਈ ਉੱਥੇ ਪਹੁੰਚੇ ਨੇ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਤੇ ਹੋਰਨਾਂ ਧਾਰਮਿਕ ਸਥਾਨਾਂ ਤੇ, ਉਸ ਤੇ ਕਿਹੜੇ ਚਿਹਰੇ ਹਾਜ਼ਰ ਰਹੇ, ਉਸ ਦਾ ਵੀ ਕੀ ਅਸਰ ਪੈਣ ਵਾਲਾ, ਇਸ ਦੇ ਉੱਤੇ ਵੀ ਗੱਲ ਕਰਾਂਗੇ। ਨਾਲ ਹੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸਬ ਕਮੇਟੀ ਬਣਾਈ ਹੈ ਸੀਨੀਅਰ ਅਕਾਲੀ ਲੀਡਰਾਂ ਦੀ, ਜਿਹੜੀ ਲਾਅ ਕਮਿਸ਼ਨ ਨੂੰ ਆਪਣੀਆਂ ਸੁਝਾਅ ਪੇਸ਼ ਕਰੇਗੀ, ਆਪਣੀ ਰਾਏ ਰੱਖੇਗੀ ਕਿ UCC ਜਿਹੜਾ ਆ ਰਿਹਾ ਉਸ ਦੇ ਵਿੱਚ ਕੀ ਬਦਲਾਅ ਹੋਣ, ਉਸ ਦਾ ਵਿਰੋਧ ਕਰਨਾ ਤੇ ਉਸਦੇ ਹੱਕ ਵਿੱਚ ਖੜਨਾ। ਹਾਲਾਂਕਿ ਇੱਕ ਵਾਰੀ ਵਿਰੋਧ ਹੋ ਵੀ ਚੁੱਕਾ ਹੈ। ਇਹ ਸਾਰੇ ਮਸਲਿਆਂ ਤੇ ਗੱਲ ਕਰਾਂਗੇ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਭੁੱਲਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਦੇ ਵਿੱਚ ਅੱਜ ਫਿਰ ਪੂਰਾ ਪਹਿਰਾ ਲੱਗਿਆ ਰਿਹਾ, ਨਜ਼ਰ ਬਣੀ ਰਹੀ ਕਿ ਆਖਰਕਾਰ ਅੰਦਰੋਂ ਕੀ ਬਾਹਰ ਬਿਆਨ ਆਉਂਦੇ ਨੇ। ਬਾਹਰ ਆਏ, ਕਹਿੰਦੇ ਗੱਠਜੋੜ ਦਾ ਤਾਂ ਨਾ ਮੁੱਦਾ ਸੀ ਤੇ ਨਾ ਅਸੀਂ ਗੱਲ ਕੀਤੀ ਹੈ। ਇੱਕ ਪਾਸੇ ਕੋਸ਼ਿਸ਼ਾਂ ਵੀ ਜਾਰੀ ਹੈ, ਦੋਵਾਂ ਪਾਸੇ ਰਾਹ ਵੀ ਰੱਖਿਆ ਜਾ ਰਿਹਾ ਕਿ ਕੀ ਪਤਾ ਕਦੋਂ ਮਿਲ ਜੀ ਅਸੀਂ। ਇਸ ਤੇ ਕੀ ਹੋ ਸਕਦਾ ਆਉਣ ਵਾਲੇ ਸਮੇਂ 'ਚ ਤੇ ਅੱਜ ਕੀ ਰਿਹਾ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣੀ 15 ਦਿਨ ਵਿਦੇਸ਼ੀ ਦੌਰੇ ਤੋਂ ਆਏ ਨੇ। ਇੱਕ ਤੇ ਉਹ ਇੱਕ ਸਾਰਿਆਂ ਨਾਲ ਮੀਟਿੰਗ ਹੋਈ ਹੈ। ਦੂਜਾ, ਤਾਜ਼ਾ ਜਿਹੜੇ ਹਾਲਾਤ ਨੇ ਪੰਜਾਬ ਦੇ, ਉਹਨੂੰ ਲੈ ਕੇ ਜਿਹੜੀ ਇਹਨਾਂ ਨੇ ਕੋਰ ਕਮੇਟੀ ਮੀਟਿੰਗ ਕੀਤੀ ਆ। ਉਸ ਮੀਟਿੰਗ ਦੇ ਸਭ ਤੋਂ ਵੱਡੀ ਗੱਲ ਹੈ ਕਿ ਗੱਠਜੋੜ ਦੇ ਜਿਹੜੀਆਂ ਸੰਭਾਵਨਾ ਨੇ, ਉਹਦੀ ਜਿਹੜੀ ਚਰਚਾ ਸ਼ੁਰੂ ਹੋਈ ਆ, ਉਹਨੂੰ ਲੈ ਕੇ ਫਿਲਹਾਲ ਇੱਧਰੋਂ ਸੁਖਬੀਰ ਸਿੰਘ ਬਾਦਲ ਮਨਾ ਕਰ ਚੁੱਕੇ ਨੇ। ਉਧਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਿਹੜੇ ਇੰਚਾਰਜ ਨੇ, ਪੰਜਾਬ ਮਾਮਲਿਆਂ ਦੇ ਇੰਚਾਰਜ, ਤੇ ਜਿਹੜੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ, ਉਹ ਵੀ ਕਹਿ ਚੁੱਕੇ ਨੇ ਕਿ ਅਸੀਂ ਇਕੱਲੇ 13 ਹੀ ਲੜਾਂਗੇ। ਹੁਣ ਸਵਾਲ ਹੈ ਕਿ ਸਿਆਸਤ ਦੇ ਵਿੱਚ ਅਜਿਹੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਨੇ। ਤੇ ਦੂਜਾ ਇਹ ਗੱਲ ਹੈ ਕਿ ਜਿਹੜੇ ਸਿਆਸੀ ਲੀਡਰ ਨੇ ਹੁੰਦੇ ਨੇ, ਇਹ ਜੋ ਕਹਿੰਦੇ ਨੇ ਉਹ ਕਰਦੇ ਨਹੀਂ, ਜੋ ਕਰਦੇ ਨੇ ਉਹ ਕਦੀ ਕਹਿੰਦੇ ਨਹੀਂ ਹੈਗੇ। ਔਰ ਦੋਨਾਂ ਨੂੰ ਪਤਾ ਕਿ ਇਹਨਾਂ ਦੋਨਾਂ ਦੀ ਮਜਬੂਰੀ ਬਹੁਤ ਜ਼ਿਆਦਾ ਇਸ ਮਸਲੇ ਵਿੱਚ ਗੱਠ। ਇਸ ਸਮੇਂ ਤੇ ਸਭ ਤੋਂ ਵੱਡੀ ਜਿਹੜੀ ਮਜਬੂਰੀ ਬਣੀ ਉਹ ਬੀਜੇਪੀ ਦੀ ਬਣੀ ਹੈ। ਨਹੀਂ ਤਾਂ ਬੀਜੇਪੀ ਪਾਰਟੀਆਂ ਤੋੜਦੀ ਹੁੰਦੀ ਸੀ, MLA ਉੱਧਰੋਂ ਚੱਕ ਲਿਆਂਦੇ ਸਰਕਾਰਾਂ 'ਚ। ਕਿਵੇਂ ਇਹਨਾਂ ਨੇ ਮੱਧ ਪ੍ਰਦੇਸ਼ 'ਚ ਬਣਾਈ, ਕਿਵੇਂ ਗੋਆ 'ਚ ਬਣਾਈ। ਹੁਣ ਤਾਂ ਇੱਕ ਪਰਿਵਾਰ ਹੀ ਪਾੜ ਦਿੱਤਾ ਹੈਗਾ ਨਾ ਜੀ। ਅਜੀਤ ਪਵਾਰ, ਸ਼ਰਦ ਪਵਾਰ, ਉਹ ਚਾਚੇ ਤਾਏ ਦੀ ਲੜਾਈ ਸ਼ੁਰੂ ਹੋ ਗਈ, ਚਾਚੇ ਭਤੀਜੇ ਦੀ ਲੜਾਈ ਸ਼ੁਰੂ ਹੋ ਗਈ। ਉਹ ਕਹਿੰਦੇ ਕਿ ਹੁਣ ਉਹ ਆਪਣੇ ਤਾਏ ਨੂੰ ਕਹਿੰਦਾ ਕਿ ਬਹੁਤ ਤੁਹਾਡੀ 80 ਸਾਲ ਟੱਪ ਕੇ ਖਹਿੜਾ ਛੱਡੋ ਪਾਰਟੀ ਦਾ। ਹੁਣ ਇਹ ਦੇਖੋ, ਮਹਾਰਾਸ਼ਟਰ ਦੇ ਲੋਕ ਵੀ ਬੜੇ ਕਮਾਲ ਆ। ਉਹਨਾਂ 1 ਵੋਟ ਪਾਈ ਸੀ, ਉੱਥੇ 3 CM ਮਿਲ ਗਏ, 4 ਡਿਪਟੀ CM ਮਿਲ ਗਏ ਹੈਗੇ 1 ਵੋਟ ਦੇ ਨਾਲ ਹੀ। ਉੱਥੇ ਇਹ ਚਰਚਾ ਸ਼ੁਰੂ ਹੋਈ ਹੈ। ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਨੂੰ ਵੀ ਪਤਾ ਕਿ ਗੱਠਜੋੜ ਕਰਨਾ ਪੈਣਾ, ਬੀਜੇਪੀ ਨੂੰ ਪਤਾ ਗੱਠਜੋੜ ਕਰਨਾ ਪੈਣਾ। ਇਹ ਹੁਣ ਲੋਕਾਂ ਦੀ ਜਿਹੜੀਆਂ ਉਹ ਆ, ਲੋਕ ਕਿੰਨੇ ਦਿਨ ਲੋਕ ਸਵਾਦ ਲੈਂਦੇ ਨੇ, ਲੋਕਾਂ ਦੀ ਜਿਹੜੀ ਕਮਿਟਮੈਂਟ ਜਾਂ ਜਿਹੜੀ ਉਹਨਾਂ ਦੀ ਪੱਖ ਜਿਹੜਾ ਲੋਕਾਂ ਦਾ ਉਹਨਾਂ ਪ੍ਰਤੀਕਿਰਿਆ ਆਉਣੀ, ਉਹਨੂੰ ਇਹ ਭਾਫਣ ਰਹੇ ਨੇ। ਹੁਣ ਅੱਜ ਭਗਵੰਤ ਮਾਨ ਸਾਹਿਬ ਵੀ ਕਹਿ ਗਏ ਨੇ, ਨਾ ਉਹਨਾਂ ਨੇ ਬੀਜੇਪੀ ਦਾ ਨਾਮ ਲਿਆ, ਨਾ ਸ਼੍ਰੋਮਣੀ ਅਕਾਲੀ ਦਲ। ਉਹ ਕਹਿ ਰਹੇ ਕਿ ਨਵਾਂ ਗੱਠਜੋੜ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਪੁਰਾਣੀਆਂ ਯਾਰੀਆਂ ਫਿਰ ਬਹਾਲ ਹੋਣ ਦੀਆਂ ਗੱਲਾਂ ਹੋ ਰਹੀਆਂ ਨੇ। ਇਸ ਕਰਕੇ ਬੀਜੇਪੀ ਨੂੰ ਵੀ ਲੱਗਦਾ 13 ਸੀਟਾਂ ਲੜਨੀਆਂ ਕਹਿ ਦਈਦੀਆਂ, ਭਾਵੇਂ 117 ਲੜ ਲਓ। ਜੇ ਤੁਸੀਂ ਨਾਗੀ ਕਰਨੇ ਹੈਗੇ ਨੇ, ਜੇ ਤੇ ਤੁਸੀਂ ਵਾਕਈ ਆਪਣੇ ਬੰਦੇ ਲੱਭਣੇ ਹੈਗੇ ਨੇ,
ਤੇ ਫਿਰ ਤੁਹਾਨੂੰ ਪਤਾ ਲੱਗਣਾ ਵੀ 13 ਕਿੱਥੋਂ ਤੁਸੀਂ ਲੈ ਕੇ ਆਓਗੇ। 13 ਉਹਦੇ ਲਈ ਲੈ ਕੇ ਆਓਗੇ ਜਿਹੜੇ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਬੀਜੇਪੀ ਦੇ ਅੱਧੀ ਨਾਰਾਜ਼ ਹੋ ਗਈ ਆ ਕਿ ਤੁਸੀਂ ਇੱਕ ਗੈਰ ਆਰਐਸਐਸ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੈ। ਲੋਕੀ ਅਸਤੀਫੇ ਦੇਣ ਨੂੰ ਬੈਠੇ ਹੈਗੇ ਨੇ। ਅਜਿਹੀ ਸਥਿਤੀ ਦੇ ਵਿੱਚ ਬੀਜੇਪੀ ਨੂੰ ਅਕਾਲੀ ਦਲ ਦਾ ਸਹਾਰਾ, ਅਕਾਲੀ ਦਲ ਨੂੰ ਬੀਜੇਪੀ ਦਾ ਸਹਾਰਾ ਲੈਣਾ ਪੈਣਾ। ਲੇਕਿਨ ਦੇਸ਼ ਦੇ ਅੰਦਰ ਜੋ ਹਾਲਾਤ ਬਣੇ ਹੋਏ ਨੇ ਬੀਜੇਪੀ ਨੂੰ ਲੈ ਕੇ ਜਾਂ ਬੀਜੇਪੀ ਦੀ ਜਿਹੜੀ ਮਿਨੋਰਟੀ ਨੂੰ ਲੈ ਕੇ ਸੋਚ ਜਾਂ ਜਿਹੜਾ ਉਹਨਾਂ ਦਾ ਇੱਕ ਏਜੰਡਾ ਹਿੰਦੂਵਾਦ, ਉਸ ਏਜੰਡੇ ਦੇ ਵਿੱਚ ਅਕਾਲੀ ਦਲ ਦੇ ਵਾਸਤੇ ਬੜੀ ਮੁਸ਼ਕਿਲ ਆ ਗਈ ਹੈ ਕਿ ਅਸੀਂ ਕਰਾਂਗੇ ਕੀ। ਜੇ ਸਾਥ ਦਿੰਦੇ ਨੇ ਬੀਜੇਪੀ ਦਾ, ਫਿਰ ਹੈ ਕਿ ਤੁਸੀਂ ਆਪਣੇ ਆਪ ਨੂੰ ਮਿਨੋਰਟੀ ਕਹਾਉਣਾ ਬੰਦ ਕਰ ਦਿਓ। ਫਿਰ ਤੁਸੀਂ ਚੁੱਪ ਕਰਕੇ ਅਕਾਲੀ ਦਲ, ਇਹਦਾ ਮਤਲਬ ਹੋ ਗਿਆ ਤੁਸੀਂ ਬੀਜੇਪੀ ਅੱਗੇ ਸੱਤਾ ਦੀ ਖਾਤਰ ਸਰੈਂਡਰ ਕਰ ਲਿਆ ਹੈਗਾ। ਹੁਣ ਜਿਹੜੀਆਂ ਖਬਰਾਂ ਲੱਗੀਆਂ ਨੇ ਕਿ ਜੀ ਸੁਖਬੀਰ ਸਿੰਘ ਬਾਦਲ ਸੈਂਟਰ 'ਚ ਵਜ਼ੀਰ ਹੋ ਸਕਦੇ, ਜੀ ਬੀਬੀ ਹਰਸਿਮਰਤ ਕੌਰ ਬਾਦਲ ਹੋ ਸਕਦੇ, ਉਹ ਲੋਕਾਂ ਦੇ ਮਨ ਪੜ੍ਹਨ ਦੀ ਇਹਨਾਂ ਨੇ ਇੱਕ ਤੀਰ ਛੱਡਿਆ ਹੈਗਾ ਕਿ ਲੋਕਾਂ ਦੇ ਮਨ ਪੜ੍ਹੀਏ ਤੇ ਪਤਾ ਲੱਗੇ ਕਿ ਲੋਕ ਕੀ ਚਾਹੁੰਦੇ ਨੇ। ਜੀ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਦੋਵਾਂ ਪਾਰਟੀਆਂ ਵੱਲੋਂ ਬੇਸ਼ੱਕ ਕਹਿ ਦਿੱਤਾ ਗਿਆ ਕਿ 24 ਦੇ ਇਲੈਕਸ਼ਨ ਤੱਕ ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ, ਉਹਨਾਂ ਨੇ ਆਪਣਾ, ਇੱਕ ਜਣੇ ਵੀ ਨੇ ਦੋਵਾਂ ਪਾਸੋਂ ਇੱਕ ਵਾਰੀ ਵੀ ਇਹ ਬਿਆਨ ਨਹੀਂ ਆਇਆ ਕਿ ਅਸੀਂ ਕਦੇ ਮਿਲਣਾ ਨਹੀਂ, ਅਸੀਂ ਕਦੇ ਜੁੜਨਾ ਨਹੀਂ। ਜਦੋਂ ਅਸੀਂ ਵੀ ਸਵਾਲ ਕੀਤਾ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੂੰ, ਉਹ ਹੱਸ ਕੇ ਟਾਲ ਗਏ ਸੀ, ਕਿਹਾ ਵੀ ਭਾਜਪਾ ਤੇ ਅਕਾਲੀ ਦਲ ਦੀ ਯਾਰੀ ਦੀ ਗੱਲ ਚੱਲ ਰਹੀ ਹੈ, ਕਦੋਂ ਪੈ ਸਕਦੀ ਹੈ। ਉਹ ਹੱਸ ਕੇ ਟਾਲ ਗਏ ਕਿ ਉਹਦੇ ਬਾਰੇ ਫੇਰ ਗੱਲ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਧੇ ਕੀ ਅਕਾਲੀ ਦਲ ਹੈ ਤੇ ਅੱਧੇ ਕੇ ਭਾਜਪਾ ਹੀ ਹੈਗੇ ਨੇ। ਇਹ ਨਵੀਂ ਗੱਲ ਨਹੀਂ ਹੈਗੀ। ਜਿਹੜੇ ਹੱਸ ਕੇ ਮੁਸਕਰਾ ਕੇ ਚਲੇ ਜਾਂਦੇ ਹੈਗੇ ਨੇ ਉਹਨਾਂ ਨੂੰ ਪਤਾ ਕਿ ਬੀਜੇਪੀ ਦੇ ਨਾਲ ਸਾਡੀਆਂ ਸਾਂਝਾਂ ਕਿਹੋ ਜਿਹੀਆਂ ਜਾ ਰਹੀਆਂ। ਇਹ ਸ਼ੁਰੂ ਤੋਂ ਹੈ। ਬੀਜੇਪੀ ਨੇ ਅਕਾਲੀ ਦਲ ਦੇ ਵਿੱਚ ਬਹੁਤ ਘੁਸਪੈਠ ਰੱਖੀ ਹੈਗੀ ਆ। ਹਰ ਇੱਕ ਦੇ ਦਿੱਲੀ ਕੋਈ ਨਾ ਕੋਈ ਇਹਨਾਂ ਨੇ ਉੱਥੇ ਅਕਾਲੀ ਦਲ ਦੇ ਲੀਡਰਾਂ ਨੇ ਮਾਈ ਬਾਪ ਬਣਾ ਕੇ ਰੱਖੇ ਹੈਗੇ ਸੀ। ਕਿਸੇ ਦਾ ਰਾਜਨਾਥ ਸਿੰਘ ਸੀ, ਕਿਸੇ ਦੇ ਅਡਵਾਨੀ ਸਾਹਿਬ ਸੀ, ਕਿਸੇ ਦੇ ਅਰੁਣ ਜੇਤਲੀ ਸੀ, ਕਿਸੇ ਦੇ ਸੁਸ਼ਮਾ ਸਵਰਾਜ ਜੀ ਸੀ, ਕਿਸੇ ਦੇ ਹੁਣ ਮੋਦੀ ਸਾਹਿਬ ਨੇ, ਕਿਸੇ ਦੇ ਅਮਿਤ ਸ਼ਾਹ ਹੋਣਗੇ। ਸਾਰਿਆਂ ਦੇ ਮਾਈ ਬਾਪ ਹੈ ਅਕਾਲੀ ਦਲ ਦੇ ਵਿੱਚ, ਜਿਨ੍ਹਾਂ ਨੇ ਕਹਿ ਸਕਦੇ ਹੈਗੇ ਕਿ ਪਹਿਲਾਂ ਚਰਚਾ ਹੀ ਥੱਲੇ ਕਹਿੰਦੇ ਕਸ਼ਹਿਰਾ ਪਾਇਆ ਹੁੰਦਾ ਸੀ ਪਰ ਹੁੰਦੀ ਨਿੱਕਰ ਹੀ ਆ। ਇਹ ਅਕਾਲੀ ਦਲ ਇਸੇ ਕਰਕੇ ਅੱਜ ਮਰਿਆ ਪਿਆ। ਹੁਣ ਇਸੇ ਸਥਿਤੀ ਦੇ ਵਿੱਚ ਆ ਕੇ ਦੋਨੇ ਪਾਰਟੀਆਂ ਨਹੀਂ ਕਹਿ ਰਹੀਆਂ। ਇੱਥੇ ਤੇ ਚੁਟਕਲੇ ਬੰਦੇ ਰਹੇ ਹੈਗੇ ਨੇ ਕਿ ਧੋਤੀ ਦਾ ਪਜਾਮੇ ਦੇ ਨਾਲ ਯਾਰੀ ਪੈ ਗਈ। ਜਸਵਿੰਦਰ ਭੱਲੇ ਹੁਣ ਕਹਿੰਦੇ ਰਹੇ ਨੇ ਆਪਣੇ ਛਣਕਾਟੇ ਦੇ ਵਿੱਚ। ਹੁਣ ਸਵਾਲ ਇਹ ਆ ਕਿ ਨਾ ਤੇ ਰੁਪਾਨੀ ਸਾਹਿਬ ਮਨਾ ਕਰ ਰਹੇ ਨੇ, ਨਾ ਸੁਖਬੀਰ ਸਿੰਘ ਬਾਦਲ ਸਾਹਿਬ ਕਹਿ ਰਹੇ ਨੇ। ਪਰ ਇਹਦਾ ਮਤਲਬ ਕੀ ਹੁੰਦਾ? ਇਸੇ ਕਰਕੇ ਕਹਿੰਦੇ ਕਿ ਗੁੰਜਾਇਸ਼ ਰੱਖੀ ਜਾ ਰਹੀ ਆ ਸਿਆਸਤ ਦੇ ਵਿੱਚ। ਸੰਭਾਵਨਾਵਾਂ ਕਿਹੜੇ ਵੇਲੇ ਬਣ ਜਾਣ ਪਤਾ ਨਹੀਂ ਲੱਗਦਾ ਹੈਗਾ ਕਿ ਕਿੱਥੇ ਲੋੜ ਕਿਹਦੀ ਪੈ ਜਾਣੀ ਹੈਗੀ। ਤੇ ਇਹਦੇ 'ਚ ਹੁੰਦਾ ਕਿ ਜਿਹੜੇ ਪਹਿਲਾਂ ਸਿਆਸਤ ਦੇ ਵਿੱਚ ਦੋ ਦੁਸ਼ਮਣ ਹੁੰਦੇ ਨੇ ਤੇ ਜੋ ਤੀਜਾ ਦੁਸ਼ਮਣ ਦੇ ਨੇ, ਫਿਰ ਉਹ ਜਿਹੜੇ ਪਹਿਲੇ ਦੋ ਦੁਸ਼ਮਣ ਉਹ ਦੋਸਤ ਬਣ ਜਾਂਦੇ ਹੈਗੇ ਨੇ। ਤੇ ਇਸ ਸਥਿਤੀ ਦੇ ਵਿੱਚ ਇਹਨਾਂ ਨੇ ਪਤਾ ਮਿਲਣਾ ਤੇ ਹੈ ਹੀ ਆ। ਅੱਜ ਨਹੀਂ ਮਿਲਣਗੇ ਤੇ 24 ਤੋਂ ਬਾਅਦ ਮਿਲਣਗੇ। ਹੋ ਸਕਦਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ 13 ਲੜੇ, ਬੀਜੇਪੀ 13 ਲੜੇ। ਕੱਲ੍ਹ ਨੂੰ ਮੰਨ ਲਓ ਕਿ ਬੀਜੇਪੀ 2 ਜਿੱਤ ਜਾਂਦੀ ਆ, ਅਕਾਲੀ ਦਲ 3 ਜਿੱਤ ਜਾਂਦੇ ਨੇ, ਤੇ ਫਿਰ ਅਕਾਲੀ ਦਲ ਉੱਪਰ ਤੇ ਕਿਹਨੂੰ ਦੇਊਗਾ ਸਪੋਰਟ, ਕਿਹਨੂੰ ਕਰੂਗਾ? ਬੀਜੇਪੀ ਨੂੰ ਕਰਨੀ ਪੈਣੀ ਹੈਗੀ। ਜਦੋਂ ਤੁਹਾਨੂੰ ਉੱਥੇ ਪਤਾ ਲੱਗ ਗਿਆ ਕਿ ਸਰਕਾਰ ਬਣ ਰਹੀ ਆ 24 ਦੇ ਵਿੱਚ, ਤੇ ਫਿਰ ਭੱਜ ਕੇ ਜਾਓਗੇ। ਜਿਵੇਂ 96 ਦੇ ਵਿੱਚ ਅੱਖਾਂ ਬੰਦ ਕਰਕੇ ਸਮਝੌਤਾ ਕੀਤਾ ਸੀ, ਗੱਠਜੋੜ ਕੀਤਾ ਸੀ ਅਨਕੰਡੀਸ਼ਨਲੀ, ਉਵੇਂ ਵੀ ਹੋ ਸਕਦਾ ਹੈਗਾ। ਸੱਤਾ ਕਿਹਨੂੰ ਮਾੜੀ ਆ? ਹੁਣ ਸੱਤਾ ਤੋਂ ਬਗੈਰ ਸਿਆਸਤ ਕਿਹਦੀ ਹੈਗੀ ਆ? ਤੁਹਾਡਾ ਟੌਰ ਟੱਪਾ ਹੀ ਘਟ ਜਾਂਦਾ ਹੈਗਾ। ਤੇ ਇਸ ਕਰਕੇ ਲੱਗਦਾ ਕਿ ਜਿਹੜੀ ਇਹ ਚੀਜ਼ਾਂ ਅੱਜ ਹੋਈਆਂ ਨੇ ਇਹਦੇ 'ਚ ਵਾਕਈ ਚਰਚਾ ਜਿਹੜੀ ਹੋਣੀ ਅੱਜ ਨਹੀਂ ਹੋਈ, ਚਰਚਾ ਬੀਤੀ ਰਾਤ ਹੋਈ। ਸੁਖਬੀਰ ਸਿੰਘ ਬਾਦਲ ਹੋਣਾ ਨੇ ਹੁਣ ਜਿਹੜੀਆਂ ਪ੍ਰਾਈਵੇਟ ਮੀਟਿੰਗਾਂ ਕਰਨੀਆਂ ਹੁੰਦੀਆਂ ਨੇ ਉਹ ਆਪਣੇ ਘਰ ਕਰਦੇ ਨੇ। ਜਦੋਂ ਪਿੱਛੇ ਜੇ ਡਾਕਟਰ ਚੀਮਾ ਹੋਣੀ ਜਾਂ ਚੰਦੂ ਮਾਰਾ ਸਾਹਿਬ ਉਹਨਾਂ ਨੇ ਕਹਿੰਦੇ ਕਿ ਚਾਹ ਪੀਣ ਆਏ ਨੇ ਆਪਣੇ ਧਾਮੀ ਸਾਹਿਬ, ਤੇ ਉਹ ਫਿਰ ਭਗਵੰਤ ਮਾਨ ਸਾਹਿਬ ਦਾ ਟਵੀਟ ਆ ਗਿਆ ਰਾਤੀ। ਸ਼ਾਇਦ ਭਗਵੰਤ ਮਾਨ ਸਾਹਿਬ ਨੂੰ ਪਤਾ ਨਹੀਂ ਲੱਗਾ, ਭਗਵੰਤ ਮਾਨ ਸਾਹਿਬ ਦੀ CID ਨੂੰ ਪਤਾ ਨਹੀਂ ਲੱਗਾ ਕਿ ਰਾਤੀ ਸੁਖਬੀਰ ਸਿੰਘ ਬਾਦਲ ਦੇ ਘਰ ਮੀਟਿੰਗ ਹੋਈ ਆ। ਸੁਖਬੀਰ ਸਿੰਘ ਬਾਦਲ ਉੱਥੇ ਹੀ, ਡਾਕਟਰ ਚੀਮਾ ਉੱਥੇ ਸੀ, ਧਾਮੀ ਸਾਹਿਬ ਉੱਥੇ ਹੀ, ਸਿਕੰਦਰ ਸਿੰਘ ਮਲੂਕਾ ਉੱਥੇ ਹੀ, ਭੁੰਦਰ ਸਾਹਿਬ ਉੱਥੇ ਹੀ, ਚੰਦੂ ਮਾਰਾ ਸਾਹਿਬ ਉੱਥੇ ਹੀ। ਰਾਤੀ ਸ਼ਾਇਦ ਲੱਗਦਾ ਕਿ ਪੰਜਾਬ ਦੀ CID ਨੂੰ ਪਤਾ ਨਹੀਂ ਲੱਗੇ, ਨਹੀਂ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਫਿਰ ਟਵੀਟ ਆ ਜਾਣਾ ਸੀ। ਅੱਜ ਜਿਹੜੀਆਂ ਮੀਟਿੰਗਾਂ ਹੋਈਆਂ ਉਹ ਅਕਾਲੀ ਦਲ ਦੀਆਂ ਹਲਕਾ ਇੰਚਾਰਜ, ਡਿਸਟ੍ਰਿਕਟ ਇੰਚਾਰਜ ਤੇ ਕੋਰ ਕਮੇਟੀ ਤਾਜ਼ਾ ਹਾਲਾਤ ਨੂੰ ਲੈ ਕੇ ਮੀਟਿੰਗ ਕੀਤੀ ਗਈ ਆ। ਇਹਦੇ 'ਚ ਜਿਹੜੇ ਅੱਜ ਫੈਸਲੇ ਕੀਤੇ ਗਏ ਨੇ ਇਹ ਹੈ ਕਿ ਜਿਹੜਾ ਭਗਵੰਤ ਮਾਨ ਸਾਹਿਬ ਨੇ ਦਾੜੀ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਟਿੱਪਣੀਆਂ ਕੀਤੀਆਂ, ਉਹ ਚਿੰਤਾ ਵਾਲੀ ਗੱਲ ਆ। ਉਹ ਵਿਧਾਨ ਸਭਾ ਦੇ ਸਪੀਕਰ ਨੂੰ ਰੋਕਣਾ ਚਾਹੀਦਾ ਸੀ, ਜਾਂ ਜਿਹੜੇ ਇੰਦਰਬੀਰ ਸਿੰਘ ਨਿੱਜਰ ਗੁਰਸਿੱਖ ਨੇ ਉਹਨਾਂ ਨੂੰ ਰੋਕਣਾ ਚਾਹੀਦਾ ਸੀ। ਔਰ ਦੂਜਾ ਜਿਹੜਾ ਇਹਨਾਂ ਇਹ ਵੀ ਕਿਹਾ ਕੋਰ ਕਮੇਟੀ ਦੇ ਵਿੱਚ ਫੈਸਲਾ ਕੀਤਾ ਕਿ ਜਿਹੜਾ ਸਿੱਖ ਗੁਰਦੁਆਰਾ ਐਕਟ 'ਚ ਅਮੈਂਡਮੈਂਟ ਕੀਤੀ ਹੈ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੀ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਹੈਗੀ। ਇੱਕ ਜਿਹੜੀ ਸੈਕੂਲਰ ਸਟੇਟ ਹੁੰਦੀ ਹੈ ਉਹ ਕਦੀ ਵੀ ਕਿਸੇ ਵੀ ਧਰਮ ਦੇ ਵਿੱਚ ਦਖਲ ਨਹੀਂ ਦਿੰਦੀ ਹੈਗੀ, ਤੇ ਜੇ ਦਖਲ ਦੇਣਗੇ ਤੇ ਲਾਜ਼ਮੀ ਤੌਰ ਤੇ ਉਹਦੇ 'ਚ ਅਕਾਲੀ ਦਲ ਲਾਹਾ ਵੀ ਲੈ ਸਕਦਾ। ਜੀ
ਇੱਕ ਪੰਜਾਬ ਦੀ ਸਿਆਸਤ ਨਾਲ ਜੁੜਿਆ ਇੱਕ ਚਿਹਰਾ ਵੀ ਵੱਡਾ ਹੈ, ਚਾਹੇ ਕਾਂਗਰਸ 'ਚ ਲੰਮਾ ਸਮਾਂ 3 ਪੀੜ੍ਹੀਆਂ ਨੇ ਉੱਥੇ ਰਹੀਆਂ, ਹਾਲੇ ਵੀ ਉਹਨਾਂ ਦੇ ਭਤੀਜੇ ਕਾਂਗਰਸ ਵੱਲੋਂ ਵਿਧਾਇਕ ਨੇ ਸੁਨੀਲ ਜਾਖੜ। ਉਹਨਾਂ ਦੀ ਤਾਜਪੋਸ਼ੀ ਹਾਲੇ ਹੋਣੀ ਹੈ ਇੱਥੇ ਦਫ਼ਤਰ ਮੁੱਖ ਦੇ ਵਿੱਚ, ਪਰ ਉਹ ਨਤਮਸਤਕ ਹੋਣ ਦੇ ਲਈ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ। ਐਂਟਰੀ ਜਿਹੜੀ ਹੋਈ ਉਸ ਨੂੰ ਇੱਕ ਨਵੇਕਲੀ ਦੇਖੀ ਜਾ ਰਹੀ ਹੈ ਕਿ ਵੱਡੇ ਵੱਡੇ ਚਿਹਰੇ ਭਾਜਪਾ ਦੇ ਨਾਲ ਦਿਖੇ ਉਹਨਾਂ ਦੇ। ਇਸ ਨੂੰ ਕਿਵੇਂ ਦੇਖਿਆ ਜਾਵੇ ਕਿ ਅੱਗੇ ਲਾਇਆ ਹੋਇਆ ਇੰਜਣ ਸੁਨੀਲ ਜਾਖੜ ਦੇ ਰੂਪ ਦੇ ਵਿੱਚ ਭਾਜਪਾ ਨੂੰ ਅੱਗੇ ਲਿਜਾ ਸਕਦਾ ਹੈ ਜਾਂ ਉੱਥੇ ਹੀ ਖੜਿਆ ਰਹਿ ਸਕਦਾ ਹੈ? ਸੰਦੀਪ, ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੀ ਦਰਬਾਰ ਸਾਹਿਬ ਅਜਿਹਾ ਪਵਿੱਤਰ ਤੇ ਸਾਰਿਆਂ ਦਾ ਇੱਕ ਸਾਂਝਾ ਸਥਾਨ ਆ। ਹਰ ਕੋਈ ਗੁਰੂ ਘਰ ਦੀ ਓਟ ਲੈਂਦੇ ਨੇ, ਉੱਥੇ ਜਾ ਕੇ ਨਤਮਸਤਕ ਹੁੰਦੇ ਨੇ, ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕਰਦੇ ਨੇ। ਕਈ ਹੁੰਦੇ ਨੇ ਕਿ ਅਹੁਦਾ ਚੁੱਕਣ ਤੋਂ ਬਾਅਦ ਜਾਂਦੇ ਨੇ। ਇਹਨਾਂ ਨੇ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਨਤਮਸਤਕ ਹੋਏ ਨੇ। ਔਰ ਉੱਥੇ ਅੰਮ੍ਰਿਤਸਰ ਤੁਸੀਂ ਜਾਓਗੇ, ਗੁਰੂ ਦੀ ਨਗਰੀ ਹੈ, ਉੱਥੇ ਇੱਕ ਸੰਦੇਸ਼ ਦੇਣਾ ਪੈਂਦਾ ਕਿ ਜਿਹੜਾ ਵੀ ਪੋਲੀਟੀਸ਼ਨ ਆ ਉਹ ਪਹਿਲਾਂ ਸਭ ਤੋਂ ਪਹਿਲਾਂ ਕਿੱਥੇ ਜਾਏਗਾ? ਦਰਬਾਰ ਸਾਹਿਬ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ। ਫਿਰ ਉਹ ਦੁਰਗਾਣਾ ਮੰਦਿਰ ਜਾਏਗਾ, ਫਿਰ ਉਹ ਵਾਲਮੀਕ ਮੰਦਿਰ ਜਾਏਗਾ। ਲੇਕਿਨ ਜਿਹੜੇ ਜਾਖੜ ਸਾਹਿਬ, ਕਿਉਂਕਿ ਜਾਖੜ ਸਾਹਿਬ ਇੱਕ ਸੈਕੂਲਰ ਲੀਡਰ ਨੇ, ਉਹਦੇ ਕਾਂਗਰਸ ਪਾਰਟੀ ਨੇ ਸੰਭਾਲੇ ਨਹੀਂ। ਉਹ ਤੇ ਉਦੋਂ ਅੰਬਿਕਾ ਸੋਨੀ ਮੈਡਮ ਦੀ ਜਿਹੜੀ ਸਟੇਟਮੈਂਟ ਆਈ ਉਹਨਾਂ ਦੀ, ਉਹਨੂੰ ਪਤਾ ਨਹੀਂ ਉਹ ਕੀ ਸੀ ਤੇ ਕਿਹੜਾ ਰੰਗ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਇੱਕ ਸਿੱਖ ਹੀ ਚੀਫ ਮਿਨਿਸਟਰ ਬਣ ਸਕਦਾ ਨਾ। ਉਹ ਉਹਨਾਂ ਦਾ ਕਹਿਣ ਦਾ ਕੀ ਮਤਲਬ ਸੀ, ਜਾਂ ਸਟੇਟਮੈਂਟ ਨੂੰ ਕਿਹੜਾ ਡਿਵਰਸ਼ਨ ਦਿੱਤੀ ਗਈ ਹੈ, ਇਸ ਕਰਕੇ ਉਹ ਨਾਰਾਜ਼ ਲੱਗੇ ਕਿ ਇਹਦਾ ਕੀ ਮਤਲਬ ਹੋਇਆ ਨਾ। ਔਰ ਉਹਦੇ ਨਾਲ ਹਿੰਦੂ ਵੋਟ ਬੈਂਕ ਨੂੰ ਵੀ ਸੱਟ ਲੱਗੀ ਹੈਗੀ ਸੀ। ਪਰ ਦੂਜੇ ਪਾਸੇ ਕਿ ਜੇ ਪੰਜਾਬ ਦੇ ਵਿੱਚ ਨਹੀਂ ਕੋਈ ਸਿੱਖ ਬਣਿਆ ਤੇ ਕਿੱਥੇ ਬਣੂਗਾ ਨਾ, ਇਹ ਵੀ ਚਰਚਾ ਹੈਗੀ ਹੈ ਨਾ। ਪਰ ਹੁਣ ਸਵਾਲ ਹੈ ਕਿ ਜਿਹੜੇ ਇੱਕ ਸੈਕੂਲਰ ਲੀਡਰ ਮੰਨੇ ਜਾਂਦੇ ਨੇ, ਬੜੇ ਨਿਰਪੱਖ ਤੌਰ ਤੇ ਸਪਸ਼ਟਤਾ ਦੇ ਤੌਰ ਤੇ ਗੱਲ ਕਰਦੇ ਨੇ। ਔਰ ਬੀਜੇਪੀ ਨੇ ਦੇਖੋ ਇੱਕੋ ਇੱਕ ਲੀਡਰ ਆ ਜਿਹੜਾ 2 ਨੈਸ਼ਨਲ ਪਾਰਟੀਆਂ ਦੇ ਪ੍ਰੈਜ਼ੀਡੈਂਟ ਰਹਿ ਚੁੱਕਾ ਹੋਵੇ। ਪੰਜਾਬ ਦੇ ਵਿੱਚ ਹੋਰ ਕੋਈ ਐਗਜ਼ਾਮਪਲ ਨਹੀਂ ਹੈਗੀ। ਸੁਨੀਲ ਜਾਖੜ ਕਾਂਗਰਸ ਪਾਰਟੀ ਦੇ ਵੀ ਪ੍ਰੈਜ਼ੀਡੈਂਟ ਤੇ ਹੁਣ ਬੀਜੇਪੀ ਨੇ ਵੀ ਪ੍ਰੈਜ਼ੀਡੈਂਟ ਬਣਾ ਦਿੱਤੇ। ਇਸ ਤੋਂ ਵੱਡੀ ਬੰਦੇ ਦੀ ਕਾਬਲੀਅਤ ਕੀ ਹੋ ਸਕਦੀ ਹੈ ਤੇ ਸਮਝਦਾਰੀ ਇਸ ਤੋਂ ਵੱਡਾ ਤੇ ਕੋਈ ਬੰਦੇ ਨੂੰ ਕਿਸੇ ਨੂੰ ਟੈਸਟ ਦੇਣ ਦੀ ਲੋੜ ਨਹੀਂ, ਇਮਤਿਹਾਨ ਦੇਣ ਦੀ ਲੋੜ ਨਹੀਂ ਆ। ਹੁਣ ਇਮਤਿਹਾਨ 24 ਵਾਲਾ ਕਿ 13 ਸੀਟਾਂ ਬੀਜੇਪੀ ਨੇ ਲੜਨੀਆਂ। ਉਹ 13 ਸੀਟਾਂ ਦੀ ਜਿਹੜੀ ਚੋਣ ਆ ਉਹ ਹੁਣ ਫੀਡਬੈਕ ਜਾਖੜ ਸਾਹਿਬ ਕੋ ਜਾਣੀਆਂ। ਡਿਸਾਈਡ ਕਿੰਨੇ ਕਰਨਾ? ਪਾਰਲੀਮੈਂਟਰੀ ਬੋਰਡ ਜਿਹੜਾ ਬੀਜੇਪੀ ਦਾ, ਕਿ 13 ਬੰਦੇ ਸਾਡੇ ਇਹ ਆ, ਇਹਨਾਂ ਨੇ ਲੜਨੀ ਇਲੈਕਸ਼ਨ। ਹੁਣ ਜਿਹੜੇ ਅੱਜ ਉਹ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਏ ਨੇ, ਉਹਦੇ 'ਚ ਦੇਖੋ ਤਰਨ ਚੁੱਗ ਜਿਹੜੇ ਬੀਜੇਪੀ ਦੇ ਨੈਸ਼ਨਲ ਜਨਰਲ ਸੈਕਟਰੀ ਨੇ ਉਹ ਆਏ ਨੇ। ਇਕਬਾਲ ਸਿੰਘ ਲਾਲਪੁਰਾ ਜਿਹੜਾ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ, ਪਲੱਸ ਪਾਰਲੀਮੈਂਟਰੀ ਬੋਰਡ ਦੇ ਨੇ। ਪਹਿਲੀ ਵਾਰ ਬੀਜੇਪੀ ਦੇ ਇਤਿਹਾਸ ਦੇ ਵਿੱਚ ਇੱਕ ਸਿੱਖ ਨੂੰ ਪਾਰਲੀਮੈਂਟਰੀ ਬੋਰਡ 'ਚ ਸ਼ਾਮਲ ਕੀਤਾ ਗਿਆ। ਔਰ ਇਹ ਵੀ ਇੱਕ ਇਤਿਹਾਸ ਹੋਊਗਾ ਕਿ ਪਹਿਲੀ ਦਫਾ ਕਿਸੇ ਗੈਰ RSS ਬੰਦੇ ਨੂੰ ਬੀਜੇਪੀ ਦਾ ਪ੍ਰਧਾਨ ਲਗਾਇਆ, ਉਹ ਵੀ 8 ਮਹੀਨਿਆਂ ਦੇ ਵਿੱਚ। ਔਰ ਦੂਜਾ ਵਿਜੇ ਰੂਪਾਨੀ ਜਿਹੜੀ ਪਾਰਟੀ ਮਾਮਲਿਆਂ ਦੇ ਇੰਚਾਰਜ, ਉਹ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ, ਬਲਬੀਰ ਸਿੰਘ ਸਿੱਧੂ ਜਾਂ ਬੀਜੇਪੀ ਦੇ ਹੋਰ ਵੀ ਲੀਡਰ ਜਿਹੜੇ ਨੇ ਉਹ ਉੱਥੇ ਪਹੁੰਚੇ ਹੈਗੇ ਨੇ। ਮਨਜਿੰਦਰ ਸਿੰਘ ਸਿਰਸਾ ਪਹੁੰਚੇ ਹੈਗੇ ਨੇ ਉਹਦੇ ਵਿੱਚ। ਇਹਦਾ ਮਤਲਬ ਹੈ ਕਿ ਬੀਜੇਪੀ ਇਕੱਠੀ ਹੋਈ ਹੈ ਕਿ ਜਾਖੜ ਦੇ ਸਾਹਿਬ ਦੇ ਰੂਪ ਦੇ ਜਿਹਨੂੰ ਲੱਗਦਾ ਕਿ ਕੋਈ ਚਿਹਰਾ ਮਿਲਿਆ ਹੈਗਾ। ਇੱਕ ਤਾਂ ਕਦੀ ਇਸ ਬੰਦੇ ਤੇ ਦਾਗ ਨਹੀਂ ਲੱਗੇ ਹੈਗੇ, ਕਰਪਸ਼ਨ ਦੇ ਦਾਗ ਨਹੀਂ ਲੱਗੇ ਹੈਗੇ, ਅਜਿਹੀ ਗੱਲ ਹਲਕੀ ਨਹੀਂ ਕਰਦੇ ਹੈਗੇ, ਪੰਜਾਬ ਨੂੰ ਗੱਲ ਰੱਖ ਕੇ ਕਰਦੇ ਹੈਗੇ ਨੇ, ਪਹਿਲ ਤੇ ਪੰਜਾਬ ਨੂੰ ਰੱਖਦੇ ਹੈਗੇ ਨੇ। ਤੇ ਜਿਹੜਾ ਬੰਦਾ ਸਟੇਟ ਨੂੰ ਪਹਿਲ ਰੱਖਦਾ ਹੈਗਾ ਉਹ ਲਾਜ਼ਮੀ ਤੌਰ ਤੇ ਬੀਜੇਪੀ ਨੂੰ ਇਸ ਤੋਂ ਬਹੁਤ ਜ਼ਿਆਦੀਆਂ ਆਸਾਂ ਹੋਣਗੀਆਂ। ਔਰ ਇਸ ਕਰਕੇ ਜਿਹੜਾ ਅੱਜ ਉਹਨਾਂ ਨੇ ਮੱਥਾ ਟੇਕਣ ਦੇ ਨਾਲ ਇੱਕ ਇਕਜੁੱਟਤਾ ਦਾ ਸੰਦੇਸ਼ ਦਿੱਤਾ ਜਾਂ ਪ੍ਰਤੀਕ ਬਣ ਕੇ ਉੱਭਰੇ ਨੇ, ਉਹਦੇ ਨਾਲ ਲੱਗਦਾ ਕਿ ਬਹੁਤ ਸਾਰੀ ਇਹਨਾਂ ਨੂੰ ਜਿੱਤ ਦੇ ਚਾਂਸ ਹੋ ਸਕਦੇ ਨੇ। ਔਰ ਦੂਜੀ ਗੱਲ, ਲੋਕੀ ਕਹਿ ਰਹੇ ਕਿ ਉੱਥੇ ਅਸ਼ਵਨੀ ਸ਼ਰਮਾ ਨਹੀਂ ਹੈ ਜਿਹੜੇ ਜਾਖੜ ਸਾਹਿਬ ਨੂੰ ਜਗ੍ਹਾ ਦਿੱਤੀ ਹੈ। ਅਸ਼ਵਨੀ ਸ਼ਰਮਾ ਦਾ ਉੱਥੇ ਜਾਣਾ ਬਣਦਾ ਨਹੀਂ, ਕਿਉਂਕਿ ਇਹਨਾਂ ਦੇ ਅਹੁਦਾ ਸੰਭਾਲਣਾ, ਹੁਣ ਜਿੱਦਣ ਇਹ ਅਹੁਦਾ ਸੰਭਾਲਣਗੇ ਸੈਕਟਰ 37 ਦੇ ਵਿੱਚ ਜਾਖੜ ਸਾਹਿਬ ਜਿਹੜਾ ਮੇਨ ਬੀਜੇਪੀ ਦਾ ਪੰਜਾਬ ਦਾ ਆਫਿਸ ਆ, ਉਹ ਚਾਬੀਆਂ ਤੇ ਅਸ਼ਵਨੀ ਸ਼ਰਮਾ ਹੀ ਦੇਣਗੇ ਨੇ। ਪਿਆਲੇ ਸਾਹਿਬ ਚਾਬੀਆਂ ਜਾਖੜ ਸਾਹਿਬ, ਅੱਜ ਤੋਂ ਬਾਅਦ ਬੀਜੇਪੀ ਤੁਹਾਡੇ ਹਵਾਲੇ ਨਾ। ਉਸ ਦਿਨ ਪ੍ਰੋਗਰਾਮ ਹੋ ਸਕਦਾ। ਔਰ ਸਾਹਿਬ ਬੀਜੇਪੀ ਕੀ ਹੈ, ਬੀਜੇਪੀ ਦਾ ਕੀ ਨਾਰਾ ਦੇ ਰਹੇ ਹੈਗੇ ਨੇ ਕਿ ਜਿਹੜਾ ਦੇਸ਼ ਦੀ ਗੱਲ ਕਰੂਗਾ, ਜਿਹੜੀ ਦੇਸ਼ ਭਗਤੀ ਦੀ ਗੱਲ ਕਰੂਗਾ, ਉਹ ਸਾਡੇ ਵਾਸਤੇ ਦਰਵਾਜ਼ੇ ਖੁੱਲ੍ਹੇ ਨੇ। ਤੇ ਜਾਖੜ ਸਾਹਿਬ ਤੋਂ ਵੱਡਾ ਤੇ ਦੇਸ਼ ਭਗਤ ਹੈ ਨਹੀਂ, ਉਹ ਰਾਸ਼ਟਰਵਾਦ ਇਸ ਤੋਂ ਵੱਡਾ ਕੋਈ ਪੰਜਾਬੀ ਨਹੀਂ ਹੈਗਾ। ਤੁਸੀਂ ਦੇਸ਼ ਦੀ ਗੱਲ ਉਦੋਂ ਹੀ ਕਰੋਗੇ ਜੇ ਪਹਿਲਾਂ ਆਪਣੇ ਸਟੇਟ ਦੀ ਗੱਲ ਕਰੋਗੇ। ਜਿਹੜਾ ਪੰਜਾਬੀ ਆ ਉਹ ਆਪਣੇ ਆਪ 'ਚ ਹੀ ਕਹਿ ਸਕਦੇ ਕਿ ਇੱਕ ਹਿੰਦੁਸਤਾਨੀ ਆ। ਜਿਹੜਾ ਪੰਜਾਬੀ ਉਹ ਆਪਣੇ ਆਪ 'ਚ ਇੱਕ ਇੰਡੀਅਨ ਆ। ਪੰਜਾਬੀਆਂ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ ਹੈਗਾ ਦੁਨੀਆ ਤੇ, ਪੰਜਾਬੀਆਂ ਤੋਂ ਵੱਡਾ ਕੋਈ ਵਫਾਦਾਰ ਨਹੀਂ ਹੈਗਾ, ਪੰਜਾਬੀਆਂ ਤੋਂ ਵੱਡਾ ਕੋਈ ਬਹਾਦਰ ਨਹੀਂ ਹੈਗਾ
ਇਸ ਕਰਕੇ ਇਹਨਾਂ ਲੱਗਦਾ ਕਿ ਇਸ ਮਸਲੇ ਦੇ ਵਿੱਚ ਬੀਜੇਪੀ ਨੂੰ ਲੱਗਾ ਕਿ ਅਜਿਹੇ ਬੰਦੇ ਨੂੰ ਵਾਗਡੋਰ ਸੰਭਾਲੀ ਆ ਜਿਹਨੇ ਇੱਕ ਸਬੂਤ ਦੇ ਦਿੱਤਾ ਹੈਗਾ। ਔਰ ਉਹਨਾਂ 'ਚ ਇੱਕ ਸਭ ਤੋਂ ਵੱਡੀ ਇੱਕ ਅਹੁਦੇ ਤੇ ਹਰ ਇੱਕ ਨੂੰ ਮਿਲ ਜਾਂਦੇ ਨੇ। ਲੀਡਰਸ਼ਿਪ ਜਿਹੜੀ ਕੁਆਲਿਟੀ ਹੁੰਦੀ ਉਹ ਮੈਟਰ ਕਰਦੀ ਆ, ਅਨੁਸ਼ਾਸਨ ਮੈਟਰ ਕਰਦਾ, ਡਿਸਪਲਿਨ ਮੈਟਰ ਕਰਦਾ ਗਾ। ਇੱਕ ਕੈਪਟਨ ਕਰਦਾ ਕਿ ਤੁਸੀਂ ਕੈਪਟਨ ਤੇ ਹੈ, ਲੇਕਿਨ ਕੈਪਟਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰਾ ਕਿਹੜਾ ਬੰਦਾ ਕਿਹੜੇ ਫੀਲਡ 'ਚ ਖੇਡ ਸਕਦਾ ਗਾ, ਉਹ ਕਿੰਨਾ ਕਾਮਯਾਬ ਹੋ ਸਕਦਾ, ਕਿਹੜੀ ਮੈਂ ਜ਼ਿੰਮੇਵਾਰੀ ਦੇਣੀ। ਇੱਕ ਢਾਂਚਾ ਨਵੇਂ ਸਿਰੋਂ ਬਣੂਗਾ। ਔਰ ਪਹਿਲਾਂ ਤੇ ਬੀਜੇਪੀ ਦੇ ਵਿੱਚ ਜ਼ਿਆਦਾ ਉਹ ਅਹੁਦੇਦਾਰ ਹੁੰਦੇ ਸੀ ਜਿਹੜੇ ਆਰਐਸਐਸ ਦੇ ਨਾਲ ਜੁੜੇ ਹੁੰਦੇ, ਆਰਐਸਐਸ ਦੇ ਕੈਂਪ ਲਾਉਂਦੇ ਹੈਗੇ ਨੇ। ਹੁਣ ਅਜਿਹਾ ਇੱਕ ਬੀਜੇਪੀ ਪੰਜਾਬ ਦੇ ਵਿੱਚ ਕਹਿ ਸਕਦੇ ਕਿ ਇੱਕ ਬੀਜੇਪੀ ਵਾਲੇ ਮੰਨਣ ਜਾਂ ਨਾ ਮੰਨਣ, ਇੰਡੀਆ ਦੇ ਵਿੱਚ ਉਹਨਾਂ ਨੂੰ ਇੱਕ ਸੈਕੂਲਰ ਪਾਰਟੀ ਨਹੀਂ ਮੰਨਿਆ ਜਾਂਦਾ, ਇੱਕ ਫਿਰਕੂ ਪਾਰਟੀ ਮੰਨਿਆ ਜਾਂਦਾ ਹੈਗਾ। ਪਰ ਜਾਖੜ ਸਾਹਿਬ ਦੇ ਆਉਣ ਦੇ ਨਾਲ ਜਿਹੜਾ ਉਹਨਾਂ ਦੇ ਦੋਸ਼ ਲੱਗਦੇ ਨੇ ਕਿ ਬੜੇ ਫਿਰਕੂ ਹੈਗੇ ਨੇ, ਉਹ ਘਟ ਜਾਣਗੇ। ਔਰ ਉਹਦੇ 'ਚ ਉਹਨੂੰ ਜਿਹੜੇ ਵੰਨ-ਸੁਵੰਨੇ ਲੋਕ ਆਉਣਗੇ, ਬੀਜੇਪੀ ਦੇ ਲੋਕ ਆਉਣਗੇ, ਨਵੇਂ ਚਿਹਰੇ ਆਉਣਗੇ, ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਆਏ ਨੇ ਇੱਧਰ ਸ਼ਾਮਲ ਹੋਏ, ਉਹਨਾਂ ਨੂੰ ਜਗ੍ਹਾ ਮਿਲੂਗੀ। ਅਤੇ ਇਸ ਕਰਕੇ ਜਦੋਂ ਇੱਕ ਟੀਮ ਲੀਡਰ ਬਣਦੀ ਹੈਗੀ ਆ ਫਿਰ ਹੀ ਆ। ਹੁਣ 13 ਘੋੜੇ ਲੱਭਣੇ ਪੈਣੇ ਨੇ, ਉਹ ਘੋੜੇ ਕਿਹੜੇ ਲੱਭਣੇ ਹੈਗੇ ਨੇ ਉਹ ਹੁਣ ਜਾਖੜ ਸਾਹਿਬ 'ਤੇ ਨਿਰਭਰ ਕਰਦਾ ਹੈਗਾ। ਸ਼੍ਰੋਮਣੀ ਅਕਾਲੀ ਦਲ ਦੇ ਜਿੱਥੇ ਬਾਕੀ ਚਰਚਾਵਾਂ ਨੇ, ਇੱਕ ਬੜਾ ਵੱਡਾ ਫੈਸਲਾ ਕਿਹਾ ਜਾਂਦਾ ਰਿਹਾ ਕਿ ਭਾਜਪਾ ਜਿਹੜੇ ਫੈਸਲੇ ਕਰਦੇ ਸੀ ਇਹ ਗੱਠਜੋੜ ਦੇ ਵਿੱਚ ਬਿਨਾਂ ਸੋਚਿਆ ਸਮਝੇ ਕਹਿੰਦੇ ਤੁਹਾਡੇ ਨਾਲ ਆ ਜੀ, ਭਾਵੇਂ ਬਾਅਦ 'ਚ ਯੂ ਟਰਨ ਲੈਣੇ ਪਏ। ਇਸ ਵਾਰ UCC ਤੇ ਭਾਵੇਂ ਬਰਖਲਾਫ ਬੋਲ ਦਿੱਤਾ ਗਿਆ, ਬਿਆਨ ਵੀ ਜਾਰੀ ਕੀਤੇ ਗਏ। ਹੁਣ ਇੱਕ ਸਬ ਕਮੇਟੀ ਕਹਿੰਦੇ ਬਣਾਈ ਗਈ ਹੈ ਜਿਸ ਵਿੱਚ ਸੀਨੀਅਰ ਲੀਡਰਾਂ ਨੂੰ ਰੱਖਿਆ ਗਿਆ। ਉਹ ਲਾਅ ਕਮਿਸ਼ਨ ਨੂੰ ਆਪਣੀਆਂ ਸੁਝਾਅ ਵੀ ਪੇਸ਼ ਕਰੇਗੀ ਔਰ ਆਪਣੀਆਂ ਗੱਲਾਂ ਵੀ ਦੱਸੇਗੀ ਕਿ ਸਾਡਾ ਇਹਦੇ ਉੱਤੇ ਇਹ ਸਟੈਂਡ ਹੈ। ਇਸ ਦਾ ਕੀ ਮਕਸਦ ਹੋ ਸਕਦਾ ਤੇ ਕਿੰਨੇ ਕੁ ਕਾਮਯਾਬ ਹੋ ਅਕਾਲੀ ਦਲ? ਦੇਖੋ, ਅਗਰ ਬੀਜੇਪੀ ਦੇ ਲੀਡਰ ਆਦੀਵਾਸੀ ਲੋਕਾਂ ਦੇ ਸ਼ਰੇਆਮ ਬੈਠਿਆਂ ਤੇ ਪਿਸ਼ਾਬ ਕਰਨਗੇ ਤੇ ਇਹੋ ਜਿਹੇ ਯੂਨੀਫਾਰਮ ਸਿਵਲ ਕੋਡ ਨੂੰ ਅੱਗ ਲਾਣੀ ਹੈਗੀ ਹੈ। ਜੇ ਅੱਜ ਇੰਡੀਆ ਦੇ ਵਿੱਚ ਬੰਦਾ ਅਜਿਹੇ ਆਦੀਵਾਸੀ ਜਾਂ ਮਿਨੋਰਟੀ ਵਾਲਿਆਂ ਤੇ ਅਜਿਹੇ ਹਮਲੇ ਹੋ ਰਹੇ ਨੇ ਤੇ ਜਿੱਦਣ ਇਹ ਸਾਂਝਾ ਸਿਵਲ ਕੋਡ ਲਾਗੂ ਹੋ ਗਿਆ, ਅੱਜ ਤੋਂ ਪਤਾ ਲੱਗ ਸਕਦਾ ਜਿਹੜੀ ਮੱਧ ਪ੍ਰਦੇਸ਼ ਦੇ ਵਿੱਚ ਘਟਨਾ ਵਾਪਰੀ ਹੈਗੀ ਕਿ ਸਾਡਾ ਹਿੰਦੁਸਤਾਨ, ਸਾਡਾ ਇੰਡੀਆ ਕਿਹੋ ਜਿਹਾ ਹੋਏਗਾ। ਕਿਸੇ ਨੇ ਉਹ ਜਿਹੜਾ DMK ਦੇ ਸਟਾਲਨ ਆ ਉਹਨੇ ਸਹੀ ਕਿਹਾ ਕਿ ਸਭ ਤੋਂ ਵੱਧ ਅਗਰ ਕਿਸੇ ਨੂੰ ਯੂਨੀਫਾਰਮ ਸਿਵਲ ਕੋਡ ਦੀ ਜ਼ਰੂਰਤ ਹੈਗੀ ਉਹ ਇੰਡੀਆ ਦੇ 2014 ਤੋਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਸਾਡੇ ਤੋਂ ਵੱਡਾ ਕੋਈ ਰਾਸ਼ਟਰ ਭਗਤ ਨਹੀਂ ਹੈਗਾ, ਉਹਨਾਂ ਹਿੰਦੂਆਂ ਨੂੰ ਆਪਣੇ ਆਪ ਤੇ ਲਾਗੂ ਕਰਨ ਦੀ ਲੋੜ ਆ ਸਿਵਲ ਕੋਡ। ਕਿਸੇ ਦੇ ਹੱਥ ਦੇ ਵਿੱਚ ਲਿਫਾਫਾ ਤੁਸੀਂ ਕਹਿੰਦੇ ਬੀਪ ਅਟੈਕ ਕਰ ਦਿੰਦੇ ਹੋਗੇ, ਜੇ ਕਿਤੇ ਕੋਈ ਨਮਾਜ਼ ਪੜ੍ਹਦਾ ਹੈਗਾ ਅਟੈਕ ਹੋ ਜਾਂਦੇ ਨੇ। ਆਪ ਤੁਸੀਂ ਟ੍ਰੇਨਾਂ ਦੇ ਵਿੱਚ ਜੋ ਮਰਜ਼ੀ ਕਰੀ ਚਲੋ, ਵੀਡੀਓ ਵਾਇਰਲ ਹੋ ਰਹੀਆਂ ਨੇ। ਸਭ ਤੋਂ ਜ਼ਿਆਦਾ ਜਿਨ੍ਹਾਂ ਨੂੰ ਸਵੈ ਆਪਣੇ ਆਪ ਤੇ ਇੱਕ ਹੁੰਦਾ ਨਾ ਕੋਡ ਲਾਗੂ ਕਰਨਾ, ਉਹ ਇਹਨਾਂ ਲੋਕਾਂ ਨੂੰ ਜਿਹੜੇ 2014 ਤੋਂ ਕਹਿ ਰਹੇ ਕਿ ਸਾਡੇ ਤੋਂ ਵੱਡਾ ਕੋਈ ਦੇਸ਼ ਭਗਤੀ ਨਾ। ਹੁਣ ਜਿਹੜਾ ਯੂਨੀਫਾਰਮ ਸਿਵਲ ਕੋਡ ਲੈ ਕੇ ਆ ਰਹੇ ਨੇ ਉਹਦੇ ਹੁਣ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਇੱਕ ਕਮੇਟੀ ਬਣਾਉਣੀ ਪੈਣੀ ਸੀ। ਕਮੇਟੀ 'ਚ ਇਹਨਾਂ ਨੇ 4 ਮੈਂਬਰ ਸ਼ਾਮਲ ਕੀਤੇ ਨੇ, ਸਿਕੰਦਰ ਸਿੰਘ ਮਲੂਕਾ, ਮੇਸ਼ਿੰਦਰ ਸਿੰਘ ਗਰੇਵਾਲ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ, ਡਾਕਟਰ ਚੀਮਾ। ਇਹ ਹੁਣ ਕਮੇਟੀ ਜਿਹੜੇ ਵੱਖ-ਵੱਖ ਬੁੱਧੀਜੀਵੀ ਨੇ ਜਾਂ ਜੋ ਵੀ ਨੁਮਾਇੰਦਗੀ ਕਰਦੇ ਨੇ ਜਾਂ ਵੱਖ-ਵੱਖ ਸਿੰਘ ਸਭਾਵਾਂ ਹੋ ਗਈਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ ਜਾਂ ਵਿਦਵਾਨ ਹੋ ਗਏ ਜਾਂ ਕਾਨੂੰਨੀ ਮਾਹਿਰ ਹੋ ਗਏ, ਇਤਿਹਾਸਕਾਰ ਹੋ ਗਏ, ਉਹਨਾਂ ਦੇ ਨਾਲ ਇਹ ਮੀਟਿੰਗਾਂ ਕਰਨਗੇ ਕਿ ਕੀ ਕਰਨਾ ਚਾਹੀਦਾ ਹੈਗਾ, ਇਹਦੇ ਹੱਕ 'ਚ ਜਾਣਾ ਚਾਹੀਦਾ ਜਾਂ ਵਿਰੋਧ 'ਚ ਜਾਣਾ ਚਾਹੀਦਾ। ਹਰ ਧਰਮ ਦੇ ਆਪਣੇ ਆਪਣੇ ਰੀਤੀ ਰਿਵਾਜ ਆ। ਮੋਟੀ ਜਿਹੀ ਗੱਲ ਆ, ਜੇ ਉੱਥੇ ਹਿੰਦੂ ਧਰਮ ਦੇ ਵਿੱਚ ਫੇਰੇ ਹੁੰਦੇ ਨੇ, ਉੱਥੇ ਹਿੰਦੂ ਮੈਰਿਜ ਐਕਟ ਦੇ ਤਹਿਤ ਰਜਿਸਟਰਡ ਹੁੰਦੇ ਵਿਆਹ। ਸਿੱਖ ਧਰਮ 'ਚ ਲਾਵਾਂ ਨੇ, ਇੱਥੇ ਸਿੱਖ ਮੈਰਿਜ ਐਕਟ ਦੇ ਅਧੀਨ ਹੁੰਦਾ। ਬਹੁਤ ਸਾਰੇ ਰੀਤੀ ਰਿਵਾਜ ਆ, ਜੰਮਣਾ ਮਰਨੇ ਵੱਖ-ਵੱਖ ਤਰ੍ਹਾਂ ਦੇ ਹੈਗੇ ਨੇ। ਹਰ ਇੱਕ ਦੇ ਧਾਰਮਿਕ ਰੀਤੀ ਰਿਵਾਜ ਆਪਣੇ ਹੈਗੇ ਨੇ, ਉਹ ਇੰਡੀਆ ਦੇ ਵਿੱਚ ਨਹੀਂ ਚੱਲਦਾ। ਜਾਂ ਤਾਂ ਹੋਵੇ ਨਾ ਪੂਰੇ ਇੰਡੀਆ ਇੱਕ, ਜਿੱਦਾਂ ਬਹੁਤ ਸਾਰੇ ਕੰਟਰੀ ਨੇ ਜਿੱਥੇ ਸਾਰੇ ਈਸਾਈ ਵੱਸਦੇ ਨੇ, ਬਹੁਤ ਸਾਰੇ ਕੰਟਰੀ ਜਿੱਥੇ ਸਾਰਾ ਮੁਸਲਮਾਨ ਭਾਈਚਾਰਾ ਵੱਸਦਾ, ਉੱਥੇ ਤਾਂ ਚੱਲ ਸਕਦਾ। ਇੰਡੀਆ ਵਰਗੇ ਕੰਟਰੀ 'ਚ ਕਿੱਥੇ ਚੱਲਦਾ? 130 ਕਰੋੜ ਆਬਾਦੀ ਹੈਗੀ ਆ ਜਿਹਦੇ 'ਚ ਕਈ ਜਾਤਾਂ ਨੇ, ਕਈ ਧਰਮ ਨੇ। 6 ਦੇ ਧਰਮ ਹੀ ਹੈਗੇ ਨੇ, ਹਿੰਦੂ ਧਰਮ 'ਚੋਂ ਹੀ ਜੈਨ ਬੋਧੀ ਨਿਕਲ ਗਏ ਹੈਗੇ ਨੇ। ਤੇ ਇਸ ਕਰਕੇ ਇਸ ਮਸਲੇ ਦੇ ਵਿੱਚ ਇਹਨਾਂ ਨੇ ਸਬ ਕਮੇਟੀ ਬਣਾ ਕੇ ਚੰਗਾ ਕੀਤਾ। ਔਰ ਅਕਾਲੀ ਦਲ ਦੀ ਮਜਬੂਰੀ ਵੀ ਹੈਗੀ, ਜੇ ਅੱਜ ਫੈਸਲਾ ਦਿੰਦੇ ਨੇ ਉਹਨਾਂ ਦੇ ਹੱਕ 'ਚ, ਲੋਕਾਂ ਨੇ ਫਿਰ ਕਹਿਣਾ ਦੇਖਿਆ ਹੋ ਗਿਆ ਨਾ ਘਿਓ ਖਿਚੜੀ ਇਕੱਠੀ ਹੋ ਗਏ ਨੇ। ਕਿਉਂਕਿ ਪਹਿਲਾਂ ਅਕਾਲੀ ਦਲ ਨੇ ਬਹੁਤ ਮਾਰਾਂ ਖਾ ਲਈਆਂ ਨੇ। ਪਹਿਲਾਂ ਉਹ 100 ਮਣ ਗੰਢਿਆਂ ਵਾਲਾ ਇਹਨਾਂ ਦੇ ਨਾਲ ਹੋ ਚੁੱਕਾ ਹੈਗਾ ਵੀ ਕਿ ਪਹਿਲਾਂ ਤਾਰੀਫਾਂ ਕਰਦੇ ਰਹੇ, ਸੈਂਟਰ ਦੀਆਂ ਕਿਸਾਨੀ ਅੰਦੋਲਨ ਦੀਆਂ ਤਾਰੀਫਾਂ ਕਰਦੇ ਨੇ, ਫਿਰ ਮਜਬੂਰੀ ਬਸ ਆ ਜਿਹੜਾ 370 ਦੇ ਵਿੱਚ ਖੁੱਲ੍ਹ ਕੇ ਨਹੀਂ ਕੀਤਾ ਹੈਗਾ, ਡਟ ਕੇ ਨਹੀਂ ਇਹਨਾਂ ਨੇ ਵਿਰੋਧ ਕੀਤਾ ਹੈਗਾ।
ਚੁੱਪ ਚਪੀਤੇ ਕੀਤਾ ਹੈਗਾ। ਸਿਟੀਜ਼ਨ ਅਮੈਂਡਮੈਂਟ ਐਕਟ ਦੇ ਵਿੱਚ, ਟ੍ਰਿਪਲ ਤਲਾਕ ਦੇ ਵਿੱਚ, ਉਹ ਸਾਰੇ ਜਿਹੜੇ ਮਸਲੇ ਹੈਗੇ ਹੁਣ ਇਹਨਾਂ ਲੱਗਦਾ ਕਿ ਅਸੀਂ ਬਾਹਰ ਆ, ਬੀਜੇਪੀ ਚੋਂ ਬਾਹਰ ਆ। ਇਸ ਕਰਕੇ ਸਾਨੂੰ ਦਿਖਾਉਣਾ ਪੈਣਾ। ਔਰ ਸਿੱਖ ਧਰਮ ਦਾ ਜਿਹੜਾ ਫਲਸਫਾ ਹੈਗਾ ਉਹ ਤਾਂ ਸਰਬੱਤ ਦੇ ਭਲੇ ਦੀ ਮੰਗ ਅਰਦਾਸ ਕਰਦਾ, ਤੇ ਇਹ ਆ ਉਹ ਫਲਸਫੇ ਤੇ ਅਕਾਲੀ ਦਲ ਨੂੰ ਪਹਿਰਾ ਦੇਣਾ ਪੈਣਾ ਹੈਗਾ। ਜਿਉਂ-ਜਿਉਂ ਇਹਨਾਂ ਨੇ ਫਲਸਫੇ ਤੋਂ ਦੂਰ ਹੋਏ ਨੇ, ਇਉਂ ਇਹ ਸਿਆਸਤ ਚੋਂ ਇਹਨਾਂ ਦਾ ਉਹ ਹੁੰਦੇ ਰਹੇ ਨੇ, ਸਾਈਡ ਤੇ ਹੁੰਦੇ ਗਏ ਨੇ। ਹੁਣ ਦੇਖਦੇ ਕਮੇਟੀ ਕਿਹਦੇ ਨਾਲ ਮੀਟਿੰਗ ਕਰਦੀ ਹੈਗੀ ਆ, ਕੀ ਆਪਣੇ ਜਿਹੜਾ ਲਾਅ ਕਮਿਸ਼ਨ ਹੈ ਉਹਨੂੰ ਕੀ ਦਿੰਦੀ ਹੈਗੀ ਸੁਝਾਅ। ਲਾਅ ਕਮਿਸ਼ਨ ਨੂੰ ਤਾਂ ਬਹੁਤ ਸਾਰੀਆਂ ਪਹਿਲਾਂ ਹੀ ਪਹੁੰਚ ਚੁੱਕੀਆਂ ਹੈਗੀਆਂ ਨੇ ਇਸ ਮਸਲੇ ਦੇ ਵਿੱਚ। ਔਰ ਸਭ ਤੋਂ ਵੱਡੀ ਅਕਾਲੀ ਦਲ ਨਾਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਿੰਦੇ, ਉਹਨਾਂ ਦਾ ਸਟੈਂਡ ਵੀ ਬੜਾ ਇੰਪੋਰਟੈਂਟ ਹੈਗਾ ਨਾ। ਜਿਹੜੇ ਦੇਸ਼ ਭਰ ਵਿੱਚ ਸਿੰਘ ਸਭਾਵਾਂ ਨੇ ਜਾਂ ਜਿਹੜੀਆਂ ਹੋਰ ਸੁਸਾਇਟੀਆਂ ਹੈਗੀਆਂ ਨੇ, ਈਸਾਈ ਨੇ, ਮੁਸਲਮਾਨ ਨੇ, ਜੈਨੀ ਨੇ, ਬੋਧੀ ਨੇ, ਉਹ ਜਿੰਨਾ ਚਿਰ ਭਾਰਤ ਸਰਕਾਰ ਜਿਹੜਾ ਮਿਨੋਰਟੀ ਦੇ ਨਾਲ ਨਹੀਂ ਗੱਲ ਕਰਦੀ, ਉਹਨਾਂ ਚਿਰ ਅਗਰ ਸਿਵਲ ਕੋਡ ਜਿਹੜਾ ਯੂਨੀਫਾਰਮ ਸਿਵਲ ਕੋਡ ਲਾਗੂ ਕਰਦੇ ਨੇ, ਇਹਦਾ ਮਤਲਬ ਫਿਰ ਧੱਕਾ ਹੋਏਗਾ। ਇਸ ਕਰਕੇ ਦੇਖਦੇ ਹਾਂ ਕਿ ਜਿਹੜੀ UGC ਦੇ ਖਿਲਾਫ ਇਹਨਾਂ ਨੇ ਪਹਿਲਾਂ ਤੇ ਪ੍ਰਿੰਸੀਪਲ ਦੇ ਤੌਰ ਤੇ ਕਹਿ ਦਿੱਤਾ ਹੈਗਾ। ਹੁਣ ਸਵਾਲ ਹੈ ਕਿ ਆਮ ਆਦਮੀ ਪਾਰਟੀ ਦਾ ਵੀ ਹੈ। ਪਹਿਲਾਂ ਸੰਦੀਪ ਪਾਠਕ ਹੋਣੀ ਵਿਰੋਧ ਕਰ ਗਏ ਤੇ ਭਗਵੰਤ ਮਾਨ ਸਾਹਿਬ ਉਹ ਹੱਕ 'ਚ ਗਏ ਨੇ, ਭਗਵੰਤ ਮਾਨ ਸਾਹਿਬ ਵਿਰੋਧ ਕਰ ਗਏ ਨੇ। ਹਲੇ ਬਹੁਤ ਕੁਝ ਆਉਣਾ। ਔਰ ਸਭ ਤੋਂ ਪਹਿਲੇ ਵੱਡੀ ਗੱਲ ਕਿ ਇਹਦੀ ਯੂਨੀਫਾਰਮ ਸਿਵਲ ਕੋਡ ਦੀ ਜ਼ਰੂਰਤ ਹੀ ਕੀ ਆ। ਜਦ ਇੰਡੀਆ ਵਾ, ਵੱਖ-ਵੱਖ ਸਟੇਟ ਨੇ, ਵੱਖ-ਵੱਖ ਬੋਲੀਆਂ ਨੇ, ਵੱਖ-ਵੱਖ ਧਰਮ ਨੇ, ਵੱਖ-ਵੱਖ ਜਾਤਾਂ ਨੇ, ਔਰ ਇੱਕ ਗੁਲਦਸਤੇ ਦੇ ਵਿੱਚ ਇੱਕ ਫੁੱਲ ਤੇ ਚੰਗਾ ਨਹੀਂ ਲੱਗਦਾ। ਗੁਲਦਸਤੇ ਦੇ ਤੇ ਵੱਖ-ਵੱਖ ਫੁੱਲ ਹੋਣ ਤੇ ਉਹ ਚੰਗੇ ਲੱਗਦੇ। ਤੇ ਜੇ ਤੁਸੀਂ ਕਹਿੰਦੇ ਕਿ ਗੁਲਦਸਤੇ ਦੇ ਵਿੱਚ ਇਕੱਲਾ ਕਮਲ ਦਾ ਫੁੱਲ ਹੋਵੇ, ਇਹ ਤੇ ਹੋ ਨਹੀਂ ਨਾ ਸਕਦਾ ਗਾ। ਇਹ ਤੇ ਫਿਰ ਲੋਕੀ ਉਹ ਦੂਜੀਆਂ ਪਾਰਟੀਆਂ ਵੀ ਵਿਰੋਧ ਕਰਨਗੀਆਂ ਤੇ ਮਿਨੋਰਟੀ ਵੀ ਵਿਰੋਧ ਕਰੇਗੀ। ਜੀ ਬਹੁਤ ਸ਼ੁਕਰੀਆ। ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਇਹਨਾਂ 2-3 ਮੁੱਦਿਆਂ ਤੇ ਗੱਲਬਾਤ ਕੀਤੀ ਹੈ। ਤੁਸੀਂ ਕੀ ਸੋਚਦੇ ਹੋ? ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ। ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।